ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਚੌਰ ਤਖਤ ਦੇ ਮਾਲਕ, ਸਾਡੇ ਘਟ ਘਟ ਦੀ ਜਾਣਨ ਵਾਲੇ ਅਕਾਲ ਪੁਰਖ, ਸਾਡੇ ਹਰ ਕਰਮ, ਸਾਡੀ ਹਰ ਕਿਰਿਆ, ਸਾਡਾ ਹਰ ਸੰਕੇਤ ਜਾਣਨ ਵਾਲੇ ਪਰਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਨਿੱਕੀ ਗੋਦ, ਤਿੰਨਾਂ ਦੀ ਆਨੰਦਮਈ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀ। ਵਡਭਾਗੇ ਹੋ ਪਿਤਾ ਦੀ ਬਾਣੀ, ਉਸ ਦੇ ਰਾਹ ਨੂੰ ਜਾਣ, ਜੋ ਰਾਹ ਉਸ ਨੂੰ ਜਾਂਦਾ ਹੈ, ਉਹਦੇ ਤੇ ਕਦਮ ਧਰਨਾ, ਇਹ ਉਸ ਪਿਤਾ ਦੀ ਰਹਿਮਤ ਦੇ ਨਾਲ ਹੀ ਹੁੰਦਾ ਹੈ। ਆਪ ਗੁਰਬਾਣੀ ਦੀ ਇਸ ਚਲਦੀ ਪ੍ਰਵਾਹ ਦੇ ਵਿੱਚ ਆਪ ਕਥਾ ਸਰਵਣ ਕਰਦੇ ਹਾਂ। ਸਭ ਤੋਂ ਪਹਿਲਾਂ ਪਿਤਾ ਦੀ ਫਤਿਹ ਨੂੰ ਬੁਲੰਦ ਕਰੀਏ, ਦਿਲਾਂ ਦੀ ਸਾਂਝ ਪਾਈਏ, ਉਸ ਪਿਤਾ ਦੀ ਲੀਹ ਦੇ ਨਾਲ ਆਪਣੇ ਮਨ ਨੂੰ ਜੋੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉੱਤਮ ਬਾਣੀ ਜਪਜੀ ਸਾਹਿਬ ਦੀ 25ਵੀਂ ਪੌੜੀ, ਉਹਦੇ ਵਿੱਚ ਸਾਨੂੰ ਗੁਰੂ ਸਾਹਿਬ ਸਾਡੇ ਜੀਵਨ ਨੂੰ ਸਵਾਰਨ ਲਈ, ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਉਣ ਦੇ ਲਈ ਕੀ ਯਤਨ ਦੱਸਦੇ ਹਨ। ਆਓ ਪਹਿਲਾਂ ਬਾਣੀ ਸਰਵਣ ਕਰਦੇ ਹਾਂ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਕੇਤੇ ਖਬ ਟੁਟੈ ਵੇਕਾਰ, ਕੇਤੇ ਲੈ ਲੈ ਮੁਕਰ ਪਾਹੈ। ਕੇਤੇ ਮੂਰਖ ਖਾਹੀ ਖਾਹੈ, ਕੇਤਿਆਂ ਦੁਖ ਭੂਖ ਸਦ ਮਾਰ। ਏ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜੇਤੀਆਂ ਮੋ ਖਾਏ। ਆਪੇ ਜਾਣੈ ਆਪੇ ਦੇ, ਆਖੈ ਸੇ ਵੀ ਕਈ ਕੇ। ਜਿਸਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਅਕਾਲ ਪੁਰਖ, ਉਹ ਪਰਮ ਪਿਤਾ, ਉਹ ਸਾਡੇ ਘਟ ਘਟ ਦੀ ਜਾਣਨ ਵਾਲਾ ਕਿੰਨਾ ਕੁ ਵੱਡਾ ਹੈ। ਉਹ ਬਖਸ਼ਿਸ਼ਾਂ ਕਰਨ ਵਾਲਾ, ਉਹ ਬਖਸ਼ਣਹਾਰ ਹੈ। ਉਹ ਕਿੰਨਾ ਦਇਆਲੂ ਹੈ। ਉਸ ਦੀ ਦਇਆਲਤਾ ਦਾ ਕੋਈ ਅੰਤ ਨਹੀਂ ਹੈ। ਗੁਰੂ ਸਾਹਿਬ ਜੀ ਦਾ ਇਹ ਫਰਮਾਨ ਕਿ ਪਰਮਾਤਮਾ ਨੂੰ ਮਿਲਣ ਦਾ ਮੂਲ ਆਧਾਰ ਦਇਆ ਤੇ ਨਿਰਭਰ ਕਰਦਾ ਹੈ। ਧਰਮ ਤੇ ਚੱਲਣ ਦੀ ਜੋ ਪਹਿਲੀ ਪੌੜੀ, ਪਹਿਲੀ ਕਿਰਿਆ ਹੈ, ਉਹ ਦਇਆ ਹੈ। ਇਸੇ ਲਈ ਹੀ ਪੰਜ ਪਿਆਰਿਆਂ ਦੇ ਵਿੱਚ ਪਹਿਲੇ ਪਿਆਰੇ ਵੀ ਦਇਆ ਸਿੰਘ ਹੀ ਸਨ। ਉਹ ਇੱਕ ਸੰਕੇਤ ਸੀ ਕਿ ਗੁਰਸਿੱਖ ਦੇ ਕੋਲ ਕੀ ਹੋਣਾ ਚਾਹੀਦਾ ਹੈ। ਇਸੇ ਲਈ ਪਹਿਲੇ ਪੰਜ ਪਿਆਰਿਆਂ ਦੇ ਵਿੱਚ ਵੀ ਦਇਆ ਸਿੰਘ ਜੀ ਸਭ ਤੋਂ ਪਹਿਲੇ ਹਨ ਕਿ ਗੁਰਸਿੱਖ ਦੇ ਵਿੱਚ ਦਇਆ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਕਿਉਂਕਿ ਅਸੀਂ ਜਿਸ ਤਰ੍ਹਾਂ ਦੇ ਸੁਭਾਅ ਦੇ ਨਾਲ ਮਿਲਣਾ ਹੈ, ਸਾਡਾ ਉਸ ਤਰ੍ਹਾਂ ਦਾ ਸੁਭਾਅ ਤੇ ਹੋਣਾ ਚਾਹੀਦਾ ਹੈ। ਜੇ ਉਹ ਪਰਮ ਪਿਤਾ ਦਇਆਲੂ ਹੈ
ਤਾਂ ਅਸੀਂ ਤਾਂ ਹੀ ਮਿਲ ਸਕਾਂ ਜੇ ਸਾਡੇ ਵਿੱਚ ਦਇਆਲਤਾ ਹੈ। ਗੁਰੂ ਸਾਹਿਬ ਜੀ ਦਾ ਫੁਰਮਾਨ, ਬਹੁਤਾ ਕਰਮ। ਕਰਮ ਜੋ ਹੈ ਇਹ ਇੱਕ ਪਰਸ਼ੀਅਨ ਦਾ ਸ਼ਬਦ ਹੈ। ਜੋ ਅਸੀਂ ਕਰਮ ਕਰਦੇ ਹਾਂ ਉਸ ਦਾ ਅਰਥ ਹੈ ਜੋ ਅਸੀਂ ਕੰਮ ਕਰਦੇ ਹਾਂ, ਜੋ ਨੇਕੀ ਦੇ ਕਰਦੇ ਹਾਂ, ਬਦੀ ਦੇ ਕਰਦੇ ਹਾਂ, ਉਹ ਸਾਡੇ ਕਰਮ ਹਨ। ਪਰ ਇਹ ਜੋ ਕਰਮ ਹੈ, ਸ਼ਬਦ ਜੋ ਗੁਰੂ ਸਾਹਿਬ ਨੇ ਵਰਤਿਆ ਹੈ, ਬਹੁਤਾ ਕਰਮ, ਜੋ ਪਿਤਾ ਦਾ ਕਰਮ ਹੈ ਉਸ ਦਾ ਮਤਲਬ ਹੈ ਬਖਸ਼ਿਸ਼, ਰਹਿਮਤ, ਦਇਆਲਤਾ। ਉਹ ਜੋ ਹੈ ਬਹੁਤਾ ਕਰਮ, ਉਸ ਦਾ ਕਰਮ ਬਹੁਤ ਵੱਡਾ ਹੈ। ਅਸੀਂ ਵੀ ਕਰਮ ਕਰਦੇ ਹਾਂ। ਜੀਵਨ ਕਰਮ ਖੇਤਰ ਹੈ। ਕਰਮ ਧਰਤੀ ਸਰੀਰ ਹੈ, ਕੁਝ ਕਰਨ ਦੇ ਲਈ ਬਣਿਆ ਹੈ। ਇਸੇ ਲਈ ਗੁਰੂ ਸਾਹਿਬ ਦਾ ਫੁਰਮਾਨ ਹੈ, ਕਰਮ ਧਰਤੀ ਸਰੀਰ, ਕਲ ਯੁਗ ਵਿੱਚ ਜਿਹਾ ਕੋਈ ਬੀਜੇ ਤੇਹਾ ਕੋ ਖਾਏ। ਕਰਮ ਤੇ ਨਿਰਭਰ ਕਰਦਾ ਹੈ ਅਸੀਂ ਕੀ ਕਰਦੇ ਹਾਂ। ਰੱਬ ਵੀ ਕਰਮ ਕਰਦਾ ਹੈ, ਪਰ ਸਾਡੇ ਕਰਮ ਕੀ ਹਨ? ਅਸੀਂ ਕੋਈ ਵੀ ਕਰਮ ਕਰਦੇ ਹਾਂ, ਉਸ ਦੇ ਵਿੱਚ ਅਸੀਂ ਜੋ ਹੈ ਵਾਪਸੀ ਭਾਲਦੇ ਹਾਂ। ਜੇ ਅਸੀਂ ਕਿਸੇ ਤੇ ਕੋਈ ਪਰਉਪਕਾਰ ਕਰਦੇ ਹਾਂ, ਸਾਡੇ ਮਨ ਦੇ ਵਿੱਚ ਪਹਿਲਾਂ ਇਹ ਵਿਚਾਰ ਆਉਂਦਾ ਹੈ ਕਿ ਉਹ ਸਾਡੇ ਉੱਤੇ ਪਰਉਪਕਾਰ ਕਰੇਗਾ। ਸਾਡੀ ਉਸ ਕਰਮ ਦੇ ਨਾਲ ਪਕੜ ਹੈ, ਸਾਡੀ ਉਸ ਕਰਮ ਦੇ ਨਾਲ ਖਿੱਚ ਹੈ। ਅਸੀਂ ਕੋਈ ਵੀ ਕਰਮ ਕਰਦੇ ਹਾਂ, ਅਸੀਂ ਵਪਾਰੀ ਲੋਕ ਹਾਂ। ਅਸੀਂ ਉਸ ਦੀ ਵਾਪਸੀ ਭਾਲਦੇ ਹਾਂ ਕਿ ਜੋ ਵੀ ਅਸੀਂ ਕਰਮ ਕੀਤਾ ਹੈ, ਉਹ ਜੋ ਦੂਸਰਾ ਹੈ, ਇਨਸਾਨ ਹੈ, ਉਹ ਸਾਡੇ ਤੇ ਉਸ ਦੀ ਵਾਪਸੀ ਕਰੇ, ਉਹ ਵੀ ਸਾਡੇ ਤੇ ਕਰਮ ਕਰੇ। ਅਸੀਂ ਹਰ ਚੀਜ਼ ਨੂੰ ਲਿਖਦੇ ਹਾਂ। ਉਹਦਾ ਕਾਰਨ ਇਹ ਹੈ ਕਿ ਇਹ ਵਪਾਰ ਹੈ। ਕਿਉਂਕਿ ਜੋ ਵਪਾਰ ਹੁੰਦਾ ਹੈ, ਗੁਰੂ ਸਾਹਿਬ ਜੀ ਦਾ ਫਰਮਾਨਾ, ਜੇ ਕੋ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਫੰਬਾਵੇ। ਜੇ ਕੋਈ ਕਿਸੇ ਦੇ ਨਾਲ ਕੋਈ ਚੰਗਿਆਈ ਕਰਦਾ ਹੈ ਨਾ, ਤੇ ਉਸ ਨੂੰ ਆਪਣੇ ਮਨ ਦੇ ਵਿੱਚ ਬਿਠਾ ਲੈਂਦਾ ਹੈ ਕਿ ਮੈਂ ਇਸ ਦੇ ਨਾਲ ਇਹ ਚੰਗਿਆਈ ਕੀਤੀ ਹੈ, ਇਹ ਕਰਮ ਕੀਤਾ ਹੈ, ਇਹ ਵਾਪਸ ਮੈਨੂੰ ਕਰਮ ਕਰੇ। ਰਿਟਰਨ ਭਾਲਦਾ ਹੈ, ਹਰ ਇੱਕ ਚੀਜ਼ ਦਾ ਰਿਟਰਨ ਭਾਲਦਾ ਹੈ। ਅਸੀਂ ਕੰਮ ਕਰਦੇ ਹਾਂ, ਅਸੀਂ ਇੱਥੋਂ ਤੱਕ ਆਪਣੇ ਘੰਟੇ ਵੀ ਲਿਖਦੇ ਹਾਂ, ਦਿਨ ਵੀ ਲਿਖਦੇ ਹਾਂ, ਕਿਤਨੇ ਦਿਨ ਕੰਮ ਕਰਨਾ, ਕਿਉਂਕਿ ਕੋਈ ਵੀ ਵਪਾਰ ਜੋ ਹੈ ਉਹ ਲੇਖੇ ਜੋਖੇ ਤੋਂ ਬਿਨਾਂ ਨਹੀਂ ਹੈ। ਅਗਰ ਕੋਈ ਵਪਾਰੀ ਇਨਸਾਨ ਹੈ, ਉਹ ਸ਼ਾਮ ਨੂੰ ਲੇਖਾ ਕਰਦਾ ਹੈ, ਉਹ ਆਪਣੀ ਲਿਖਤ ਪੜ੍ਹਤ ਕਰਦਾ ਹੈ, ਮੈਂ ਕੀ ਕਮਾਇਆ, ਮੈਂ ਕੀ ਖੱਟਿਆ, ਕਿਉਂਕਿ ਉਹਨੂੰ ਉਹਦੇ ਵਿੱਚੋਂ ਲਾਭ ਲੈਣ ਦੀ ਆਦਤ ਹੈ। ਜੋ ਕੰਮ ਕਰਦਾ ਹੈ ਉਹ ਵੀ ਘੰਟੇ ਲਿਖਦਾ ਹੈ, ਜੋ ਕਰਾਉਂਦਾ ਹੈ ਉਹ ਵੀ ਲਿਖਦਾ ਹੈ ਕਿ ਇਸ ਦਾ ਹਿਸਾਬ ਕਰਨਾ, ਇਸ ਦਾ ਲੇਖਾ ਕਰਨਾ, ਇਸਨੇ ਪ੍ਰੋਡਕਸ਼ਨ ਕਿਤਨੀ ਕੀਤੀ ਹੈ, ਇਸਨੇ ਕਿੰਨੀਆਂ ਛੁੱਟੀਆਂ ਕੀਤੀਆਂ ਹਨ। ਉਹ ਸਾਰਾ ਜੋ ਲੇਖੇ ਜੋਖੇ ਦੇ ਵਿੱਚ ਆਉਂਦਾ ਹੈ। ਇਹ ਜੋ ਕਰਮ ਹੈ, ਜੋ ਇਨਸਾਨ ਦਾ ਕਰਮ ਹੈ, ਇਹਦਾ ਲੇਖਾ ਜੋਖਾ ਹੈ। ਅਸੀਂ ਹਰ ਲੇਖੇ ਦੇ ਵਿੱਚ ਭਾਲਦੇ ਹਾਂ, ਕੁਛ ਨਾ ਕੁਛ ਅਸੀਂ ਦੇਖਦੇ ਹਾਂ, ਸਾਨੂੰ ਲਾਭ ਹੁੰਦਾ ਹੈ ਕਿ ਨਹੀਂ ਹੁੰਦਾ ਹੈ। ਜੇ ਕੋਈ ਸਾਨੂੰ ਇਹ ਕਹਿ ਦੇਵੇ ਕਿ ਗੁਰਦੁਆਰੇ ਜਾਇਆ ਕੋਈ ਲਾਭ ਨਹੀਂ ਹੈ, ਨਹੀਂ ਆਵੇਗਾ ਕੋਈ, ਕਿਉਂਕਿ ਅਸੀਂ ਆਉਂਦੇ ਹਾਂ, ਉੱਥੋਂ ਸਾਨੂੰ ਕੁਛ ਮਿਲਦਾ ਹੈ। ਸਾਡੀ ਇਹ ਆਸ ਹੈ, ਸਾਨੂੰ ਪਤਾ ਹੈ, ਸਾਡਾ ਵਿਸ਼ਵਾਸ ਹੈ, ਅਸੀਂ ਗੁਰਦੁਆਰੇ ਜਾਵਾਂਗੇ, ਸਾਡੇ ਉੱਤੇ ਪਿਤਾ ਕਰਮ ਕਰੇਗਾ। ਜੇ ਕੋਈ ਇਨਸਾਨ ਨੂੰ ਇਹ ਕਹਿ ਦੇਵੇ ਕਿ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ, ਉਹ ਕਦੇ ਨਹੀਂ ਆਵੇਗਾ। ਜੇ ਕਿਸੇ ਨੂੰ ਇਹ ਕਹਿ ਦਿੱਤਾ ਜਾਵੇ ਕਿ ਦਾਨ ਕਰਨ ਦਾ ਕੋਈ ਫਾਇਦਾ ਨਹੀਂ, ਇਸ ਦਾ ਤੈਨੂੰ ਲਾਭ ਨਹੀਂ ਹੋਵੇਗਾ, ਉਹ ਇਨਸਾਨ ਦਾਨ ਕਰਨਾ ਛੱਡ ਦੇਗਾ। ਕਿ ਜਿਸ ਚੀਜ਼ ਦਾ ਮੈਨੂੰ ਕੋਈ ਲਾਭ ਹੀ ਨਹੀਂ ਹੈ, ਜਿਸ ਦੀ ਚੀਜ਼ ਦੀ ਮੈਨੂੰ ਕੋਈ ਵਾਪਸੀ ਨਹੀਂ ਹੈ, ਮੈਂ ਉਹ ਕਰਮ ਕਿਉਂ ਕਰਾਂ? ਕਿਉਂਕਿ ਇਨਸਾਨ ਦੀ ਫਿਤਰਤ ਹੈ, ਇਨਸਾਨ ਦਾ ਸੁਭਾਅ ਹੈ ਹਰ ਚੀਜ਼ ਦੇ ਵਿੱਚ ਦੇਖਣਾ, ਹਰ ਇੱਕ ਦੇ ਵਿੱਚ ਆਪਣੀ ਵਾਪਸੀ, ਹਰ ਇੱਕ ਦੇ ਵਿੱਚ ਰਿਟਰਨ ਮੰਗਣਾ। ਜੇ ਕੋ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਫਬਾਵੈ, ਏਤੇ ਗੁਣ ਏਤੀਆਂ ਚੰਗਿਆਈਆਂ, ਦੇ ਨਾ ਪਛੋਤਾਵੈ। ਹੁਣ ਇਸ ਦੇ ਉਲਟ ਇੱਕ ਪਿਤਾ ਵੀ ਕਰਮ ਕਰਦਾ ਹੈ। ਉਹ ਅਕਾਲ ਪੁਰਖ ਜੋ ਕਰਮ ਕਰਦਾ ਹੈ, ਉਸ ਦੀ ਵਾਪਸੀ ਨਹੀਂ ਭਾਲਦਾ ਕਦੇ। ਉਸਨੇ ਜੋ ਕਰਮ ਕਰ ਦਿੱਤਾ ਹੈ, ਉਸਦਾ ਜੋ ਕਰਮ ਹੈ, ਉਸਦਾ ਕਰਮ ਬਹੁਤਾ ਕਿਉਂ ਹੈ? ਉਸਦਾ ਪਰਿਵਾਰ ਵੱਡਾ ਹੈ, ਉਸਦਾ ਕਾਰੋਬਾਰ ਵੱਡਾ ਹੈ, ਉਹਦੇ ਬਹੁਤੇ ਕਰਮ ਹਨ। ਉਹ ਆਪਣਾ ਕਰਮ, ਕਰਮ ਦਾ ਮਤਲਬ ਹੁੰਦਾ ਕਰਕੇ ਛੱਡ ਦੇਣਾ।
ਜੋ ਗੁਰੂ ਦਾ ਕਰਮ ਹੈ ਉਹ ਰਹਿਮਤ ਹੈ। ਜਦ ਤੱਕ ਇਨਸਾਨ ਨੂੰ ਇਹ ਨਹੀਂ ਸਮਝ ਆਉਂਦੀ, ਉਸ ਤੇ ਚੌਗਣ ਕਰੇ ਨਿਹਾਲ। ਇਸ ਪੰਕਤੀ ਨੂੰ ਪੜ੍ਹ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ ਕਿ ਉਹ ਪਿਤਾ ਦੇ ਜੇ ਅਸੀਂ ਕੁਝ ਕਰਾਂਗੇ ਉਹ ਸਾਨੂੰ ਉਸ ਤੋਂ ਚੌਗਣਾ ਨਿਹਾਲ ਕਰਦਾ। ਇਹਦੇ ਵਿੱਚ ਵੀ ਸਾਡਾ ਸਵਾਰਥ ਹੈ, ਸਾਡਾ ਜੋ ਅਸਲੀ ਪ੍ਰੇਮ ਹੈ ਜਾਂ ਸਾਡੀ ਜੋ ਅਸਲੀ ਭਾਵਨਾ ਹੈ ਉਸ ਪਿਤਾ ਨੂੰ ਮਿਲਣ ਦੀ, ਕਿ ਅਸੀਂ ਉਸ ਨੂੰ ਮਿਲਣਾ ਹੈ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਜਦੋਂ ਅਸੀਂ ਉਸ ਨੂੰ ਮੰਗਦੇ ਹਾਂ ਸਾਰਾ ਕੁਝ ਵਿੱਚ ਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੀ ਕਿਸੇ ਨੇ ਪ੍ਰਸ਼ਾਦੀ ਹੱਥੀ ਮੰਗਿਆ ਸੀ, ਗੁਰੂ ਸਾਹਿਬ ਨੇ ਦੇ ਦਿੱਤਾ, ਪਰ ਕਿਹਾ ਜੇਕਰ ਤੂੰ ਸਾਨੂੰ ਮੰਗਦਾ ਤੇ ਜਿੰਨਾ ਸਾਜੋ ਸਮਾਨ ਸੀ ਇਹ ਸਾਰਾ ਤੇਰੇ ਕੋਲ ਆਉਣਾ ਸੀ, ਹੁਣ ਤੇ ਸਿਰਫ ਤੇਰੇ ਕੋਲ ਇੱਕ ਪ੍ਰਸ਼ਾਦੀ ਹੱਥੀ ਆਏਗਾ। ਸਾਡੀ ਵੀ ਹਾਲਤ ਉਸ ਗੁਰਸਿੱਖ ਵਾਲੀ ਹੈ ਕਿ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ, ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ, ਜਿਨ੍ਹਾਂ ਦੇ ਵਿੱਚ ਕਈ ਵਾਰੀ ਬਹੁਤ ਵੱਡੇ ਦੁੱਖ ਛਿਪੇ ਹੁੰਦੇ ਹਨ, ਜਿਸ ਕਾਰਨ ਪਰਮਾਤਮਾ ਸਾਨੂੰ ਉਹ ਖੁਸ਼ੀ ਨਸੀਬ ਨਹੀਂ ਹੋਣ ਦਿੰਦਾ, ਕਿਉਂਕਿ ਉਹ ਖੁਸ਼ੀ ਤੋਂ ਬਾਅਦ ਸਾਡੇ ਲਈ ਕੋਈ ਦੁੱਖ ਖੜਾ ਹੁੰਦਾ ਹੈ। ਔਰ ਉਹ ਪਿਤਾ ਨਹੀਂ ਚਾਹੁੰਦਾ ਕਿ ਸਾਨੂੰ ਕੋਈ ਦੁੱਖ ਮਿਲੇ। ਉਹ ਪਿਤਾ ਨਹੀਂ ਚਾਹੁੰਦਾ ਕਿ ਮੇਰੀ ਔਲਾਦ ਦੁਖੀ ਹੋਵੇ। ਉਹ ਪਿਤਾ ਨਹੀਂ ਚਾਹੁੰਦਾ ਕਿ ਇਹਨਾਂ ਦੇ ਕੋਈ ਐਸਾ ਕਰਮ ਹੋਵੇ ਜਿਸ ਦੇ ਨਾਲ ਇਹ ਨਿਰਾਸ਼ ਹੋ ਜਾਣ, ਜਿਸ ਦੇ ਨਾਲ ਇਹਨਾਂ ਦਾ ਆਸਰਾ ਜੋ ਪਰਮਾਤਮਾ ਤੋਂ ਤੱਕਦੇ ਹਨ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਆ ਜਾਵੇ। ਉਹ ਪਿਤਾ ਇਹ ਨਹੀਂ ਚਾਹੁੰਦਾ, ਉਹ ਕਰਮ ਕਰਦਾ ਹੈ। ਉਸ ਪਿਤਾ ਦਾ ਜੋ ਕਰਮ ਹੈ, ਮਨੁੱਖ ਮੁਆਵਜ਼ਾ ਭਾਲਦਾ ਹੈ, ਪਰ ਜੋ ਇਨਸਾਨ ਹੈ ਉਹ ਵਪਾਰ ਕਰਦਾ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਕੋਟ ਮਦੈ ਕੋਈ ਵਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਕਿ ਕੋਈ ਦਾਨੀ ਕੋਈ ਸੇਵਕ ਵਿਰਲਾ ਹੀ ਹੈ, ਬਾਕੀ ਤੇ ਸਭ ਜੋ ਹਨ ਅਸੀਂ ਵਪਾਰੀ ਹਾਂ। ਬਹੁਤਾ ਕਰਮ, ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਪਿਤਾ ਦਾ ਬਹੁਤਾ ਕਰਮ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਬਹੁਤਾ ਕਰਮ ਲਿਖਿਆ ਨਾ ਜਾਏ। ਉਸ ਪਿਤਾ ਦਾ ਇਤਨਾ ਕਰਮ ਹੈ ਕਿ ਅਸੀਂ ਉਸ ਨੂੰ ਕਿਸੇ ਲੇਖਣੀ ਦੇ ਵਿੱਚ ਹੀ ਨਹੀਂ ਲੈ ਸਕਦੇ। ਵੱਡਾ ਦਾਤਾ ਤਿਲ ਨਾ ਤਮਾਏ। ਉਹ ਪਿਤਾ ਕਰਮ ਕਰਦਾ ਹੈ ਜਿਹੜਾ ਲਿਖਿਆ ਨਹੀਂ ਜਾ ਸਕਦਾ। ਉਸ ਦੀ ਕਰਮ ਦੀ ਰਹਿਮਤ ਇਤਨੀ ਹੈ, ਇਤਨੀ ਬਖਸ਼ਿਸ਼ ਹੈ, ਜਿਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਜਾਂ ਕਿਸੇ ਆਪਣੇ ਘੇਰੇ ਦੇ ਵਿੱਚ ਨਹੀਂ ਲਿਆ ਸਕਦੇ ਕਿ ਉਸ ਪਿਤਾ ਦਾ ਕਰਮ ਕਿਤਨਾ ਵੱਡਾ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਉਹ ਤਿਲ ਜਿੰਨੀ ਵੀ ਆਸ ਨਹੀਂ ਰੱਖਦਾ ਕਿ ਕਰਮ ਕੀਤਾ ਹੈ ਇਸ ਦਾ ਮੈਨੂੰ ਕੋਈ ਤਿਲ ਜਿੰਨਾ ਵੀ ਫਾਇਦਾ ਹੋਵੇ, ਜਾਂ ਕੋਈ ਪਹਾੜ ਜਿੱਡੀ ਖੁਸ਼ੀ ਦੇ ਕੇ ਇੱਕ ਤਿਲ ਜਿੰਨੀ ਵੀ ਉਹ ਵਾਪਸੀ ਨਹੀਂ ਮੰਗਦਾ। ਗੁਰੂ ਇਹ ਵੀ ਨਹੀਂ ਕਹਿੰਦਾ ਤੂੰ ਮੇਰਾ ਨਾਮ ਜਪ, ਉਹ ਅਸੀਂ ਆਪਣੇ ਲਈ ਜਪਦੇ ਹਾਂ। ਗੁਰੂ ਨਹੀਂ ਮੰਗਦਾ ਕੁਝ। ਕਈ ਵਾਰੀ ਇੱਕ ਈਰਾਨ ਦੇ ਪ੍ਰਸਿੱਧ ਸੂਫੀ ਸੰਤ ਹਾਫਿਜ਼ ਹੋਇਆ ਹੈ, ਉਸ ਦਾ ਕਹਿਣਾ ਹੈ, ਉਸਨੇ ਪਿਤਾ ਦੀ ਰਹਿਮਤ ਦਾ ਜ਼ਿਕਰ ਕੀਤਾ ਹੈ। ਸਦ ਸਾਲਾ ਬ ਇਮਤਿਹਾਨ ਗੁਨਾਹ ਫਾਹਮ ਕਰ, ਤਾ ਜੁਰਮ ਮਨ ਅਸਤ ਬੇਸ ਚ ਰਹਿਮਤੋ। ਕਿ ਇਹ ਪਰਿਪੂਰਨ ਪਰਮਾਤਮਾ, ਮੈਂ ਤੇਰਾ ਇਮਤਿਹਾਨ ਲੈਣਾ ਹੈ। मैं 100 साल तक जिंदा रहांगा और 100 साल तक गुनाह करता रहांगा। कोई आम इंसान कवे ते क्या जा सकता, एक संत कह रहा है कि ऐ पिता मैं 100 साल गुनाह करांगा, मैं तेरा इम्तिहान लेना है। केड़ा इम्तिहान लेना है कि ऐ पिता मैं 100 साल गुनाह करके ਉਹ ਤੱਕੜੀ ਦੇ ਵਿੱਚ ਪਾਉਣਾ ਹੈ, ਤੇ ਇਹ ਦੇਖਣਾ ਹੈ ਕਿ ਤੇਰੀ ਰਹਿਮਤ ਜੋ ਹੈ ਉਹ ਕਿੰਨੀ ਬਖਸ਼ਿਸ਼ ਵਾਲੀ ਹੈ। ਤੇ ਮੈਨੂੰ ਉਮੀਦ ਹੈ ਕਿ ਮੇਰਾ ਗੁਨਾਹ ਜੋ ਹੈ ਉਹ ਤੱਕੜੀ ਦਾ ਸਿਰਫ ਇੱਕ ਪਾਂਸਕੂ ਹੋਵੇਗਾ। ਮੇਰੇ ਉਹ 100 ਸਾਲਾਂ ਦੇ ਗੁਨਾਹ ਜੋ ਹਨ ਤੂੰ ਬਖਸ਼ ਕੇ ਤੂੰ ਆਪਣੀ ਰਹਿਮਤ ਇਤਨੀ ਕਰੇਗਾ ਕਿ ਮੇਰੇ ਗੁਨਾਹਾਂ ਦਾ ਕੋਈ ਉੱਥੇ ਵਜੂਦ ਹੀ ਨਹੀਂ ਰਹਿ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਫਰਮਾਨ ਕਰਦੇ ਹਨ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਪਰਮਾਤਮਾ ਜੋ ਹੈ ਸਾਡੇ ਦੋਸ਼ ਦੇਖਦਾ ਹੈ, ਉਹ ਸਾਡੀ ਹਰ ਚੀਜ਼, ਸਾਡੇ ਗੁਨਾਹ ਦੇਖਦਾ ਹੈ, ਪਰ ਦੇਤ ਨਾ ਹਾਰੇ। ਪਰ ਆਪਣਾ ਕਰਮ ਦਾ ਹੱਥ ਜਿਹੜਾ ਹੈ ਉਹ ਕਦੇ ਨਹੀਂ ਖਿੱਚਦਾ। ਉਹ ਆਪਣੇ ਕਰਮ ਨੂੰ ਕਦੇ ਪਿੱਛੇ ਨਹੀਂ ਕਰਦਾ, ਉਹ ਆਪਣੀ ਬਖਸ਼ਿਸ਼ ਨੂੰ ਕਦੇ ਪਿੱਛੇ ਨਹੀਂ ਕਰਦਾ। ਤੂੰ 100 ਗੁਨਾਹ ਕਰਦਾ ਹੈ ਤੇ ਉਹ ਵੀ ਤੈਨੂੰ ਬਖਸ਼ ਕੇ ਤੂੰ ਗੁਰੂ ਦੇ ਵੱਲ ਜਾ ਤੇ ਸਹੀ ਆਪਣੀ ਗਲਵਕੜੀ ਦੇ ਵਿੱਚ ਲੈ ਲਵੇਗਾ। ਉਹ ਪਿਤਾ ਤੇ ਬਹੁਤ ਬਖਸ਼ਣਹਾਰ ਹੈ। ਇੱਕ 60 ਸਾਲ ਦਾ ਮਨੁੱਖ
ਕਿਸੇ ਸੰਤ ਦੇ ਦਰ ਤੇ ਚਲੇ ਗਿਆ। ਉਸ ਨੂੰ ਭੁੱਖ ਲੱਗੀ ਸੀ, ਉਸਨੇ ਲੰਗਰ ਮੰਗਿਆ ਉੱਥੇ ਜਾ ਕੇ ਕਿ ਮੈਂ ਲੰਗਰ ਛਕਣਾ ਹੈ। ਉਸ ਸੰਤ ਨੂੰ ਪਤਾ ਸੀ ਕਿ ਇਹ ਚੋਰ ਹੈ। ਉਸਨੇ ਕਿਹਾ ਤੂੰ ਚੋਰ ਹੈ, ਤੂੰ ਬੇਈਮਾਨੀ ਕਰਦਾ ਹੈ, ਤੂੰ ਠੱਗੀ ਕਰਦਾ ਹੈ, ਤੂੰ ਦੂਸਰਿਆਂ ਦੇ ਦਿਲ ਦਿਖਾਉਂਦਾ ਹੈ, ਤੈਨੂੰ ਮੈਂ ਇੱਥੋਂ ਲੰਗਰ ਨਹੀਂ ਦੇ ਸਕਦਾ, ਤੈਨੂੰ ਇੱਥੋਂ ਕੁਝ ਨਹੀਂ ਮਿਲਣਾ, ਤੂੰ ਚਲੇ ਜਾ, ਕਿਉਂਕਿ ਤੂੰ ਇੱਕ ਬੇਈਮਾਨ ਇਨਸਾਨ ਹੈ। ਚੋਰ ਉੱਥੋਂ ਚਲਿਆ ਆਇਆ। ਅੱਜ ਉਹ ਸੰਤ ਮਹਾਂਪੁਰਸ਼ ਆਪਣੀ ਬੰਦਗੀ ਦੇ ਵਿੱਚ ਜੁੜਨਾ ਚਾਹੁੰਦਾ ਹੈ, ਪਰ ਜੁੜ ਨਹੀਂ ਪਾ ਰਿਹਾ। ਪਿਤਾ ਅੱਗੇ ਅਰਦਾਸ ਕੀਤੀ ਹੈ, ਪਿਤਾ ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਹੈ। ਅਕਾਲ ਪੁਰਖ ਤੋਂ ਅਲਫਾਮ ਹੋਇਆ। ਜਿਸ ਇਨਸਾਨ ਨੂੰ ਮੈਂ 60 ਸਾਲ ਤੋਂ ਦੇ ਰਿਹਾ ਹਾਂ, ਉਹ 60 ਸਾਲ ਤੋਂ ਚੋਰ ਹੀ ਸੀ। ਮੈਂ ਆਪਣੇ ਕਰਮ ਦੇ ਵਿੱਚ ਕਦੇ ਪਿੱਛੇ ਨਹੀਂ ਹਟਿਆ, ਤੇ ਤੂੰ ਮੈਂ 60 ਸਾਲ ਤੱਕ ਉਸਨੂੰ ਦਿੱਤਾ ਤੇ ਤੂੰ ਇੱਕ ਦਿਨ ਉਸਨੂੰ ਨਹੀਂ ਦੇਖ ਸਕਦਾ। ਕਿਉਂਕਿ ਅਸੀਂ ਜੋ ਦੋਸ਼ ਹੈ ਇਨਸਾਨ ਦਾ, ਸਾਨੂੰ ਕਿਸੇ ਦਾ ਮਾੜਾ ਜਿਹਾ ਵੀ ਪਤਾ ਲੱਗ ਜਾਵੇ ਕਿ ਇਹਦੇ ਵਿੱਚ ਕੋਈ ਦੋਸ਼ ਹੈ, ਭਾਵੇਂ ਉਹ ਹਜ਼ਾਰਾਂ ਗੁਣਾਂ ਦਾ ਮਾਲਕ ਹੋਵੇ, ਲੇਕਿਨ ਅਸੀਂ ਉਸਦੇ ਦੋਸ਼ ਨੂੰ ਲੈ ਕੇ ਅਸੀਂ ਉਸਨੂੰ ਆਪਣੇ ਨਾਲੋਂ ਕੱਟ ਕਰ ਦਿੰਦੇ ਹਾਂ। ਅਸੀਂ ਉਸਦੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਇੱਕ ਚੋਰ ਹੈ। ਪਰ ਉਹ ਪਿਤਾ, ਉਹ ਪਰਮਾਤਮਾ, ਜੇ ਦੇਖੀਏ ਉਹ ਚੋਰ ਕਿਸਨੇ ਬਣਾਇਆ ਹੈ, ਉਹ ਵੀ ਤੇ ਉਹਦੀ ਰਹਿਮਤ ਤੇ ਜੀ ਰਿਹਾ ਹੈ ਨਾ, ਉਸ ਦਾ ਕਰਮ ਵੀ ਤੇ ਉਸਨੂੰ ਦਿੱਤਾ ਹੈ ਨਾ ਪਰਮਾਤਮਾ ਨੇ। ਫਿਰ ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਇਹ ਕਹਿਣ ਵਾਲੇ ਕਿ ਅਸੀਂ ਤੈਨੂੰ ਨਹੀਂ ਦੇ ਸਕਦੇ ਜਾਂ ਅਸੀਂ ਤੇਰੇ ਨਾਲ ਕੋਈ ਸਾਂਝ ਨਹੀਂ ਰੱਖ ਸਕਦੇ, ਕਿਉਂਕਿ ਇਹ ਜੋ ਹੈ ਉਹ ਪਰਮਾਤਮਾ ਨੇ ਸੰਤ ਨੂੰ ਕਿਹਾ ਕਿ ਤੂੰ ਹਲੇ ਉਸ ਪੌੜੀ ਤੇ ਨਹੀਂ ਪਹੁੰਚਿਆ, ਤੇਰੇ ਕੋਲ ਦਇਆ ਨਹੀਂ ਹੈ। ਔਰ ਜਦ ਤੱਕ ਇਨਸਾਨ ਦੇ ਮਨ ਦੇ ਵਿੱਚ ਦਇਆ ਨਹੀਂ ਹੈ, ਅਸੀਂ ਉਸ ਦਇਆਵਾਨ ਦੇ ਨਾਲ ਕਿਸ ਤਰ੍ਹਾਂ ਮਿਲ ਸਕਦੇ ਹਾਂ। ਇਸ ਲਈ ਹਮੇਸ਼ਾ ਯਾਦ ਰੱਖਣਾ, ਬਹੁਤਾ ਕਰਮ ਲਿਖਿਆ ਨਾ ਜਾਏ। ਉਹ ਪਿਤਾ ਦਾ ਬਹੁਤ ਕਰਮ ਹੈ, ਉਹ ਲਿਖਿਆ ਨਹੀਂ ਜਾ ਸਕਦਾ। ਔਰ ਇਤਨੀਆਂ ਦਾਤਾਂ ਦਿੰਦਾ ਹੈ, ਇਤਨੀਆਂ ਬਖਸ਼ਿਸ਼ਾਂ ਕਰਦਾ ਹੈ, ਇਤਨੀ ਰਹਿਮਤ ਕਰਦਾ ਹੈ, ਪਰ ਬਦਲੇ ਦੇ ਵਿੱਚ ਕੁਝ ਵੀ ਨਹੀਂ ਮੰਗਦਾ। ਦਾਨ ਦਾ ਮਤਲਬ ਹੈ ਹੱਥੋਂ ਛੱਡ ਦੇਣਾ। ਇੱਕ ਮਹਾਂਪੁਰਸ਼ ਕਿਸੇ ਮਹਿਫਲ ਦੇ ਵਿੱਚ ਬੈਠਾ ਸੀ ਤੇ ਆਪਣੇ ਹੰਕਾਰ ਦੇ ਵਿੱਚ ਕਹਿ ਰਿਹਾ ਹੈ ਕਿ ਮੈਂ ਕਈਆਂ ਨੂੰ ਲੱਤ ਮਾਰ ਕੇ ਉਹਨਾਂ ਨੂੰ ਸੰਤ ਬਣਾਇਆ ਹੈ, ਉਹਨਾਂ ਨੂੰ ਧਾਰਮਿਕ ਬਣਾਇਆ ਹੈ। ਜਦੋਂ 5-7 ਵਾਰ ਉਸਨੇ ਮਹਿਫਲ ਦੇ ਵਿੱਚ ਇਹ ਗੱਲ ਬਾਰ-ਬਾਰ ਕਹੀ ਤਾਂ ਇੱਕ ਤਰਕਵਾਦੀ ਨੇ ਕਹਿ ਹੀ ਦਿੱਤਾ, ਕਹਿੰਦਾ ਲੱਤ ਤੁਸੀਂ ਧਿਆਨ ਨਾਲ ਨਹੀਂ ਮਾਰੀ, ਉਹ ਲੱਤ ਨਾਲ ਹੀ ਚੰਬੜ ਗਈ ਹੈ। ਜੇ ਤੁਸੀਂ ਧਿਆਨ ਨਾਲ ਲੱਤ ਮਾਰੀ ਹੁੰਦੀ ਤੇ ਤੁਸੀਂ ਇੰਨੀ ਵਾਰੀ ਜ਼ਿਕਰ ਨਾ ਕਰਦੇ ਉਹਦਾ। ਕਿਉਂਕਿ ਜੋ ਕਿਸੇ ਨੂੰ ਦੇਣਾ ਹੈ, ਜੋ ਦਾਨ ਦੇਣਾ ਹੈ, ਜੋ ਪਿਤਾ ਦਿੰਦਾ ਹੈ, ਉਹ ਕੋਈ ਚਿਤਾਰਦਾ ਨਹੀਂ ਹੈ ਮੁੜ ਕੇ। ਜੋ ਅਸੀਂ ਦਾਨ ਦਿੰਦੇ ਹਾਂ ਉਸਨੂੰ ਕਦੇ ਹਿਰਦੇ ਵਿੱਚ ਨਾ ਲਿਆਓ। ਗੁਰੂ ਦੀ ਚੀਜ਼ ਗੁਰੂ ਨੂੰ ਹੀ ਦੇ ਕੇ ਅਸੀਂ ਹੰਕਾਰ ਕਰਦੇ ਹਾਂ। ਉਸ ਦਾ ਹੀ ਦਿੱਤਾ ਦੇ ਕੇ ਅਸੀਂ ਆਪਣੇ ਮਨ ਦੇ ਵਿੱਚ ਖਿਆਲ ਰੱਖਦੇ ਹਾਂ ਅਸੀਂ ਦੇ ਕੇ ਆਏ ਹਾਂ। ਨਹੀਂ, ਉਹ ਪਿਤਾ ਕਹਿੰਦਾ ਹੈ, ਕਿਉਂਕਿ ਪਿਤਾ ਨੇ ਗੁਰਸਿੱਖ ਨੂੰ ਆਪਣੇ ਵਰਗਾ ਹੀ ਬਣਾਇਆ ਹੈ। ਕਿਉਂਕਿ ਜੋ ਪਿਤਾ ਦੇ ਗੁਣ ਹਨ ਉਹ ਹੀ ਪੁੱਤਰ ਦੇ ਹੋਣੇ ਚਾਹੀਦੇ ਹਨ। ਇਸ ਲਈ ਸਾਨੂੰ ਦਇਆਵਾਨ ਹੋਣਾ ਚਾਹੀਦਾ ਹੈ, ਸਾਨੂੰ ਕਿਸੇ ਦਾ ਔਗਣ ਨਹੀਂ ਚਿਤਾਰਨਾ ਚਾਹੀਦਾ। ਉਹ ਉਸ ਦਾ ਕਰਮ ਹੈ, ਉਹ ਕਰ ਰਿਹਾ ਹੈ। ਸਾਡਾ ਕਰਮ ਕੀ ਹੈ, ਸਾਨੂੰ ਉਹ ਕਰਨਾ ਚਾਹੀਦਾ ਹੈ। ਜੇ ਸਾਡੇ ਕਰਮ ਦੇ ਵਿੱਚ ਅੱਛਾਈ ਹੈ ਤੇ ਉਹ ਜੇ ਦੂਸਰਾ ਬੁਰਾ ਇਨਸਾਨ ਵੀ ਹੈ, ਹੋ ਸਕਦਾ ਹੈ ਤੁਹਾਡੀ ਅੱਛਾਈ ਦੇਖ ਕੇ ਉਹ ਵੀ ਇੱਕ ਅੱਛਾ ਇਨਸਾਨ ਬਣ ਜਾਵੇ, ਉਹਦੇ ਮਨ ਦੇ ਵਿੱਚ ਵੀ ਕੋਈ ਪਿਆਰ ਦੀ ਭਾਵਨਾ ਆ ਜਾਵੇ, ਉਹਦੇ ਮਨ ਦੇ ਵਿੱਚ ਵੀ ਉਸ ਪਿਤਾ ਦੀ ਚੋਟ ਲੱਗ ਜਾਵੇ, ਉਹ ਵੀ ਇੱਕ ਬਹੁਤ ਅੱਛਾ ਇਨਸਾਨ ਬਣ ਜਾਵੇ। ਇਸ ਲਈ ਕਦੇ ਵੀ ਕਿਸੇ ਨੂੰ ਆਪਣੇ ਤੋਂ ਨੀਵਾਂ ਨਹੀਂ ਸਮਝਣਾ। ਦੂਸਰਾ ਇਨਸਾਨ ਚਰਨਾਂ ਦੇ ਵਿੱਚ ਹਮੇਸ਼ਾ, ਜਦ ਵੀ ਮਨ ਦੇ ਵਿੱਚ ਹੰਕਾਰ ਆਵੇ, ਦੂਸਰੇ ਦੇ ਚਰਨਾਂ ਵੱਲ ਧਿਆਨ ਕਰੋ ਕਿ ਮੈਂ ਇਹਦੇ ਚਰਨਾਂ ਦੀ ਧੂੜੀ ਹਾਂ। ਕੋਈ ਵੀ ਇਨਸਾਨ ਸਾਹਮਣੇ ਖੜਦਾ ਹੈ, ਅਗਰ ਮਨ ਦੇ ਵਿੱਚ ਹੰਕਾਰ ਆਉਂਦਾ ਹੈ, ਮਨ ਦੇ ਵਿੱਚ ਕੋਈ ਮੰਦ ਭਾਵਨਾ ਆਉਂਦੀ ਹੈ, ਉਸ ਸ਼ਖਸ ਦੇ ਪੈਰਾਂ ਵੱਲ ਦੇਖੋ ਕਿ ਇਹ ਇਨਸਾਨ, ਤੂੰ ਤੇ ਇਸ ਦੇ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹੈ ਤੇ ਤੂੰ ਇਸ ਦੇ ਨਾਲ ਫਰਕ ਕਰ ਰਿਹਾ ਹੈ। ਇਸ ਲਈ ਜੋ ਵੀ ਕਰਮ ਕਰਨਾ ਹੈ ਉਹ ਕਰਮ ਕਰਕੇ ਉਸ ਨੂੰ ਕਦੇ ਜਿਤਾਉਣਾ ਨਹੀਂ ਹੈ। ਹੁਣ ਪਿਤਾ ਦਾ ਕਰਮ, ਪਿਤਾ ਨੇ ਪਾਣੀ ਦਿੱਤਾ ਹੈ, ਪਿਤਾ ਨੇ ਕਦੇ ਹਿਸਾਬ ਲਾਇਆ ਹੈ ਕਿ ਕੌਣ ਕਿਤਨਾ ਪਾਣੀ ਪੀਂਦਾ ਹੈ? ਕਦੇ ਸਾਨੂੰ ਗੁਰੂ ਵੱਲੋਂ ਕੋਈ ਬਿੱਲ ਮਿਲਿਆ ਹੈ?
ਉਹਦੇ ਕੋਲੋਂ ਸਾਨੂੰ ਕਦੇ ਕੋਈ ਬਿੱਲ ਨਹੀਂ ਮਿਲਿਆ। ਕੋਈ ਕਿਤਨਾ ਪਾਣੀ ਪੀ ਗਿਆ ਹੈ, ਕਿਤਨਾ ਉਸਨੇ ਯੂਜ਼ ਕਰ ਲਿਆ ਹੈ, ਉਸ ਨਾਲ ਕੋਈ ਮਤਲਬ ਨਹੀਂ। ਉਹਦਾ ਕਰਮ ਸੀ ਦੇਣਾ, ਉਸਨੇ ਦੇ ਦਿੱਤਾ। ਪਰ ਜਿਸ ਇਨਸਾਨ ਨੇ ਉਹਦਾ ਪਾਣੀ ਪੈਦਾ ਕੀਤਾ ਹੋਇਆ, ਘਰ ਤੱਕ ਸਪਲਾਈ ਕੀਤਾ, ਉਹਨੇ ਮੀਟਰ ਲਾ ਦਿੱਤਾ ਹੈ ਕਿ ਤੂੰ ਇਤਨਾ ਪਾਣੀ ਯੂਜ਼ ਕੀਤਾ ਹੈ। ਪਰ ਉਹ ਪਿਤਾ ਜਿਸ ਨੇ ਉਹ ਚੀਜ਼ ਪੈਦਾ ਕੀਤੀ ਹੈ, ਉਸਨੇ ਕਦੇ ਹਿਸਾਬ ਨਹੀਂ ਰੱਖਿਆ। ਹਵਾ ਹੈ, ਹਵਾ ਦੇ ਵਿੱਚ ਅਸੀਂ ਕਿਤਨੇ ਸਾਹ ਲੈ ਲਏ ਹਨ, ਪਿਤਾ ਨੇ ਕਦੇ ਹਿਸਾਬ ਰੱਖਿਆ ਹੈ? ਨਹੀਂ ਰੱਖਦਾ ਉਹ, ਕਿਉਂਕਿ ਉਹਦੀ ਦਇਆ ਹੈ, ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਲੇਕਿਨ ਜੇ ਸਾਨੂੰ ਕਿਤੇ ਹੌਸਪੀਟਲ ਦੇ ਵਿੱਚ ਆਕਸੀਜਨ ਲਵਾਉਣੀ ਪਵੇ, ਸਾਨੂੰ ਬਿੱਲ ਮਿਲ ਜਾਂਦਾ ਹੈ। ਗੁਰੂ ਸਾਹਿਬ ਨੇ ਸਾਨੂੰ ਅੱਖਾਂ ਦਿੱਤੀਆਂ, 60 ਸਾਲ ਤੱਕ ਅਸੀਂ ਦੇਖਿਆ, ਅਸੀਂ ਕਿਸੇ ਕਾਰਨ ਉਹਨਾਂ ਅੱਖਾਂ ਨੂੰ ਕਮਜ਼ੋਰ ਕਰ ਬੈਠੇ, ਅਸੀਂ ਐਨਕ ਲਵਾਉਣ ਗਏ ਹਾਂ। ਗੁਰੂ ਸਾਹਿਬ ਨੇ 60 ਸਾਲ ਦੀ ਗਰੰਟੀ ਦਿੱਤੀ ਸੀ, ਉਸਨੇ 3 ਸਾਲ ਦੀ ਗਰੰਟੀ ਦਿੱਤੀ ਕਿ 3 ਸਾਲ ਤੋਂ ਬਾਅਦ ਇੱਕ ਬਿੱਲ ਦੇ ਦਿੱਤਾ, ਔਰ 3 ਸਾਲ ਤੋਂ ਬਾਅਦ ਆਵੇਂਗਾ ਫਿਰ ਇੱਕ ਬਿੱਲ ਦਿਆਂਗਾ। ਉਸ ਪਿਤਾ ਦਾ ਕਰਮ ਬਹੁਤ ਵੱਡਾ ਹੈ। ਉਸ ਪਿਤਾ ਦੇ ਕਰਮ ਨੂੰ ਅਸੀਂ ਕਦੇ ਵੀ ਜੋ ਹੈ ਉਹ ਨਿਕਾਰਾ ਨਹੀਂ ਕਹਿ ਸਕਦੇ। ਗੁਰੂ ਦਾ ਕਰਮ ਜੋ ਹੈ ਇਤਨਾ ਵੱਡਾ ਹੈ ਕਿ ਉਸ ਦੀ ਅਸੀਂ ਸਿਰਫ ਸਿਫਤ ਸਲਾਹ ਕਰ ਸਕਦੇ ਹਾਂ। ਗੁਰੂ ਸਾਹਿਬ ਦਾ ਫੁਰਮਾਨ ਹੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮਲਾ। ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਭਾਵ ਨੇਤਰ ਰਸਨਾ। ਉਸਨੇ ਕਿੰਨਾ ਕੁਝ ਸਾਨੂੰ ਦਿੱਤਾ ਹੈ, ਇਹ ਉਸ ਦਾ ਕਰਮ ਹੈ। ਵੱਡਾ ਦਾਤਾ ਦਿਲ ਨਾ ਤਮਾਏ। ਤਮਾ ਦਾ ਮਤਲਬ ਕੀ ਹੁੰਦਾ? ਤਮਾ ਦਾ ਮਤਲਬ ਹੁੰਦਾ ਹੈ ਲਾਲਚ। ਉਹ ਪਿਤਾ ਇਤਨਾ ਦੇ ਕੇ ਵੀ ਕਦੇ ਕੋਈ ਲਾਲਚ ਨਹੀਂ ਕਰਦਾ ਕਿ ਉਸ ਨੂੰ ਕੋਈ ਵਾਪਸੀ ਮਿਲੇ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਦਿਲ ਨਾ ਤਮਾਏ। ਆਸਾ ਦੀ ਵਾਰ ਦੇ ਵਿੱਚ ਵੀ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਸਤਿਆ ਮਨ ਸੰਤੋਖੋ, ਉਪਜੇ ਦੇਖਣੇ ਕੇ ਵਿਚਾਰ, ਦੇ ਦੇ ਮੰਗੈ ਸਹਿਸ ਗੁਣਾ। ਇਹ ਇਨਸਾਨ ਦੀ ਗੱਲ ਹੈ। ਉਹ ਦੇ ਕੇ ਉਸ ਤੋਂ 100 ਗੁਣਾ ਜ਼ਿਆਦਾ ਦੀ ਆਸ ਕਰਦਾ ਹੈ ਕਿ ਮੈਨੂੰ 100 ਗੁਣਾ ਜ਼ਿਆਦਾ ਮਿਲੇ। ਉਹ ਚੀਜ਼ ਜੋ ਹੈ, ਤੇ ਗੁਰੂ ਸਾਹਿਬ ਕੀ ਕਹਿੰਦਾ ਹੈ? ਗੁਰੂ ਸਾਹਿਬ ਜੀ ਕੀ ਫਰਮਾਨ ਕਰਦੇ ਹਨ? ਦੇਂਦਾ ਦੇ, ਲੈਂਦੇ ਥੱਕ ਪਾ ਹੈ। ਜੁਗਾ ਜੁਗੰਤਰ ਖਾਹੀ ਖਾਏ। ਉਹ ਜੁਗਾ ਜੁਗਾ ਤੋਂ ਦੇ ਰਿਹਾ ਹੈ, ਇਨਸਾਨ ਖਾ ਰਿਹਾ ਹੈ, ਉਸਨੇ ਕਦੇ ਹਿਸਾਬ ਨਹੀਂ ਕੀਤਾ। ਕੀਤੇ ਮੰਗੈ ਜੋਧ ਅਪਾਰ। ਬਹੁਤ ਸਾਰੇ ਯੋਧੇ ਜੋ ਹਨ, ਉਹ ਵੀ ਉਸ ਦੇ ਕੋਲੋਂ ਹੀ ਮੰਗ ਰਹੇ ਹਨ ਕਿ ਇਹ ਪਰਮਾਤਮਾ ਸਾਨੂੰ ਸ਼ਕਤੀ ਦੇ, ਸਾਨੂੰ ਬਲ ਦੇ, ਤਾਂ ਕਿ ਅਸੀਂ ਮੈਦਾਨੀ ਜੰਗ ਦੇ ਅੰਦਰ ਜਿੱਤ ਪ੍ਰਾਪਤ ਕਰ ਸਕੀਏ। ਤੇਰੀ ਬਖਸ਼ਿਸ਼ ਦੇ ਨਾਲ ਆਪਣੀ ਜਿੱਤ ਨੂੰ ਅਸੀਂ ਹਾਸਲ ਕਰਦੇ। ਕੀਤਿਆਂ ਗਣਤ ਨਹੀਂ ਵਿਚਾਰ। ਤੇ ਕਿਤਨੇ ਇਤਨੇ ਹਨ ਜੋ ਤੇਰੇ ਦਰ ਤੋਂ ਮੰਗ ਰਹੇ ਹਨ, ਜਿਨ੍ਹਾਂ ਦੀ ਗਿਣਤੀ ਦਾ ਮੈਂ ਵਿਚਾਰ ਵੀ ਨਹੀਂ ਕਰ ਸਕਦਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਉਹਨਾਂ ਦੀ ਮੈਂ ਗਿਣਤੀ ਦਾ ਫਰਮਾਨ ਨਹੀਂ ਕਰ ਸਕਦਾ। ਕੀਤੇ ਖੱਬ ਟੁੱਟੇ ਵਿਕਾਰ। ਬਹੁਤ ਸਾਰੇ ਜੋ ਹਨ, ਉਹਨਾਂ ਨੇ ਸੰਸਾਰ ਦੇ ਵਿੱਚ ਰਸ ਰੂਪ ਮੰਗਿਆ, ਪੈਸਾ ਮੰਗਿਆ। ਉਹ ਸਭ ਕੁਛ ਨੂੰ ਪਾ ਕੇ, ਤਨ ਪਾ ਕੇ ਉਹ ਹੰਕਾਰੀ ਹੋ ਗਏ। ਰੂਪ ਰਸ ਰੰਗ ਪਾ ਕੇ ਉਹ ਦੁਰਾਚਾਰੀ ਹੋ ਗਏ। ਉਹਨਾਂ ਨੇ ਆਪਣੇ ਜੀਵਨ ਨੂੰ ਖਤਮ ਕਰ ਲਿਆ। ਖੱਪ ਟੁੱਟੇ ਬੇਕਾਰ, ਉਹ ਬੇਕਾਰ ਹੋ ਗਏ। ਉਹਨਾਂ ਨੇ ਆਪਣਾ ਜੋ ਸੁੰਦਰ ਕਾਇਆ ਪਰਮਾਤਮਾ ਨੇ ਬਖਸ਼ੀ ਸੀ, ਜੋ ਸੁੰਦਰ ਸਰੀਰ ਪਰਮਾਤਮਾ ਨੇ ਬਖਸ਼ਿਆ ਸੀ, ਜੋ ਸੁੰਦਰ ਸੋਚ ਪਰਮਾਤਮਾ ਨੇ ਬਖਸ਼ੀ ਸੀ, ਉਸ ਨੂੰ ਸਭ ਖਤਮ ਕਰ ਦਿੱਤਾ। ਵਿਕਾਰਾਂ ਦੇ ਵਿੱਚ ਗੁਲਤਾਨ ਹੋ ਗਏ। ਉਹ ਸਭ ਕੁਝ ਜਾਇਆ ਕਰ ਦਿੱਤਾ, ਉਹਨਾਂ ਨੇ ਬੇਕਾਰ ਕਰ ਦਿੱਤਾ। ਕੀਤੇ ਖੱਬ ਟੁੱਟੇ ਵਿਕਾਰ। ਇਹਨਾਂ ਚੀਜ਼ਾਂ ਦੇ ਵਿੱਚ ਹੀ ਖਪਤ ਹੋ ਕੇ ਉਹਨਾਂ ਨੇ ਆਪਣਾ ਸਾਰਾ ਕੁਝ ਬਰਬਾਦ ਕਰ ਦਿੱਤਾ। ਕੀਤੇ ਲੈ ਲੈ ਮੁੱਕਰ ਪਾਏ। ਤੇ ਕਿਤਨੇ ਹੀ ਇਤਨੇ ਹਨ ਜਿਹੜੇ ਲੈ ਕੇ ਮੁੱਕਰ ਜਾਂਦੇ ਹਨ ਕਿ ਸਾਨੂੰ ਪਰਮਾਤਮਾ ਨੇ ਕੀ ਦਿੱਤਾ ਹੈ। ਅਸੀਂ ਮਿਹਨਤ ਕੀਤੀ ਹੈ, ਸਾਡੀ ਮਿਹਨਤ ਦੇ ਨਾਲ ਅਸੀਂ ਬਣੇ ਹਾਂ, ਔਰ ਉਸ ਮਿਹਨਤ ਦੇ ਨਾਲ ਹੀ ਸਾਡੇ ਕੋਲ ਸਭ ਕੁਝ ਹੈ। ਉਹ ਮੁੱਕਰ ਜਾਂਦੇ ਹਨ। ਇੱਕ ਇਨਸਾਨ ਬੈਠਾ ਅਫਸੋਸ ਕਰੀ ਜਾ ਰਿਹਾ ਹੈ ਕਿ ਮੈਨੂੰ ਬਹੁਤ ਘਾਟਾ ਪੈ ਗਿਆ। ਆਪਣੇ ਮਿੱਤਰ ਕੋਲ ਅਫਸੋਸ ਕਰੀ ਜਾ ਰਿਹਾ ਹੈ ਕਿ ਮੈਨੂੰ ਬਹੁਤ ਘਾਟਾ ਪੈ ਗਿਆ ਹੈ। ਉਹ ਵੀ ਉਸ ਨਾਲ ਕਹਿੰਦਾ, ਠੀਕ ਹੈ, ਤੈਨੂੰ ਘਾਟਾ ਪੈ ਗਿਆ, ਤੂੰ ਮੇਰਾ ਮਿੱਤਰ ਹੈ, ਅਫਸੋਸ ਹੋ ਕਰ ਰਿਹਾ ਹੈ। ਕੋਲ ਬੈਠੀ ਪਤਨੀ ਕਹਿੰਦੀ ਹੈ, ਦਰਅਸਲ ਇਹਨਾਂ ਨੂੰ ਘਾਟਾ ਨਹੀਂ ਪਿਆ। ਇਹਨਾਂ ਨੇ ਜਿਹੜਾ ਸੌਦਾ ਕੀਤਾ ਸੀ, ਉਸ ਸੌਦੇ ਵਿੱਚ ਇਹਨਾਂ ਨੇ ਲਗਾਇਆ ਸੀ ਕਿ ਇਹਨਾਂ ਨੂੰ 15 ਲੱਖ ਦਾ ਮੁਨਾਫਾ ਹੋਏਗਾ, ਪਰ ਇਹਨਾਂ ਨੂੰ ਸਿਰਫ 8 ਲੱਖ ਦਾ ਮੁਨਾਫਾ ਹੋਇਆ।
ਇਹਨਾਂ ਨੂੰ ਉਸ 8 ਲੱਖ ਦਾ ਇਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕੀਤਾ ਜਿਹਦਾ ਫਾਇਦਾ ਹੋਇਆ ਹੈ। ਜਿਹੜਾ 7 ਲੱਖ ਨਹੀਂ ਮਿਲਿਆ ਉਸ ਦਾ ਅਫਸੋਸ ਹੈ ਕਿ ਮੈਨੂੰ ਉਹ ਨਹੀਂ ਮਿਲ ਸਕਿਆ। ਅਸੀਂ ਜੋ ਲਾਭ ਹੈ ਜੋ ਸਾਨੂੰ ਪਰਮਾਤਮਾ ਦਿੰਦਾ ਹੈ ਅਸੀਂ ਉਸ ਵੱਲ ਤੇ ਕਦੇ ਧਿਆਨ ਹੀ ਨਹੀਂ ਦਿੰਦੇ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, केते खप टुटे के विकार केते ले ले मुकर पाहै केते मूर्ख खाही खाए। बहुत सारे लोग ऐसे हैं जिन्होंने अपना मुंह ही अगे रखा हुआ है, जो खाई जा रहे हैं पर फिर भी उस परमात्मा का शुकराना नहीं करते। केतियां दुख भूख सद मार। बहुत सारे ऐसे हैं जिन्होंने दुख ते भुख की मार ही वजी रही है, जो कहते हैं साडे कोल कुछ नहीं है, सानू रोटी भी खाण नूं मसां मिलदी है, सब कुछ हुंदियां सुनदियां कहते हैं वो धरती ते भार हैं। भाई गुरदास जी का फरमान है कि जो उस परमात्मा का शुक्रिया अदा नहीं करता, उसका शुकराना नहीं करता, ना शुकरा है, उहदे बारे भाई गुरदास जी ने उसकी की हस्ती है इन्हां शब्दां दे विच उन्होंने कहा है, मद विच रिद्धा पाए कै कुत्ते दा मास, धरिया मानस खोपरी तिस मंदी वास, टक लै चली चूहड़ी कर भोग विलास। कि उसने की कीता, एक औरत ने कुत्ते दे मास नूं शराब दे विच रिन्निया है और शराब दे विच रिन्न के उसनूं पाया काहदे विच है, एक मनुख दी खोपड़ी दे विच पा लिया है। हुण इन्नी गंदी चीज़ है उसनूं ढक के लै जा रही है, जिथों दी लंघ रही है बहुत मंदी वास आ रही है, बदबू आ रही है। किसी ने पूछ लिया, आख सुनाए पूछया लाहे विश्वास। किसी ने पूछ लिया ये तू इतनी माड़ी चीज़ ते तू ढक के ले जा रही है, ते इहदी ते इतनी बू आ रही तो उसनूं ढक के क्यों ले जा रही है। वो कहंदी ये मैं खाना लैके जा रही हाँ आपदे लई, आपदे परिवार दे लई, पर ढक के इसनूं इस करके ले जा रही हाँ कि किते ना शुकरे दी नज़र ना पै जावे इहदे ते। जे किसी ना शुकरे दी उस परमात्मा दे ना शुकरे दी नज़र इहदे ते पै गई, ये साडे खाण दे लायक नहीं रहेगा। वो कहते हैं नदरी पवै अकिरत कण मत होए विनाश। ना शुकरा बहुत वड्डा बोझ है, जे उहदी नज़र पै गई तो जो उस परमात्मा दे देन दा शुक्र नहीं करता, ना शुकरा है तो ये मेरे परिवार दे खाण दे काबल नहीं रहेगा। ना शुकरा किन्ना वड्डा बोझ है धरती दे उत्ते, ना तिस भारे पर्वतां आसमान खांदे, ना तिस भारे कोट कर कर बाहर दिसंदे, ना तिस भारे जी जंत अणगिणत फरिंदे। इन्हां चीज़ां दा कोई भार नहीं। भारे भुई अकिरत कण मंदी हूँ मंदे। जो अकिरत कण है, जो उस परमात्मा दे दिते हुए दा शुकराना नहीं करता, जो उस पिता दी दिती हुई चीज़ दा शुकराना नहीं करता, ना शुकरा है। इहो जिहे लोग परिवार दे विच भी ना शुकरे हुंदे हन। जे किसी ने कुछ किया तो उहदा धन्नवाद नहीं करना। इहो जिहे लोग हन, उहदे तो वड्डा धरती कहंदी है कि उहदे तो वड्डा भार मेरे ते कोई है नहीं। मैनूं पर्वतां दा भार नहीं है, मैनूं इन्हां दरियावां दा भार नहीं है, मैनूं इन्हां मनुखां दा भार नहीं है, जीव जंतुआं दा भार नहीं है। भार किस दा है? जो ना शुकरा है, जो उस परमात्मा दी देन नूं नहीं मनदा, वो मेरे ते भार है। नदरी पवे अकिरत कण मत होए विनाश, पारे पुई अकिरत कण मंदी हो मंदे। वो जो है वो बहुत मंदा इंसान जो है वो धरती ते है, पार है। उन्हां दा की है? खाना पीना हसना सौना विसर गया है मरना, खसम विसार खुआरी कीनी, त्रिग जीवन नहीं रहना। इहो जिहा लोकां दा जो जीवन है वो खाण पीण तो बाद होर कुछ नहीं है। रब दी चेतना उन्हां दे अंदर कदे नहीं जागदी। वो दाता वड्डा है, वो नहीं चाहता कि मेरी कोई सिफत करे। परमात्मा नहीं चाहता। पिछली पौड़ी दे विच सिफत दी गल आई सी, जैसा मिल के आखण पाए वड्डा ना होवे घाट ना जाए। ਉਹਨੂੰ ਕਹਿਣ ਦੇ ਨਾਲ ਉਹ ਨਾ ਵੱਡਾ ਹੁੰਦਾ ਹੈ ਨਾ ਛੋਟਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਮੈਂ ਇਸ ਦਰਬਾਰ ਦਾ ਕੂਕਰ ਹਾਂ। ਪਿਛਲੇ ਪੌੜੀਆਂ ਦੇ ਵਿੱਚ ਆਇਆ ਸੀ, ਇੱਥੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ, ਕਿ ਮੈਂ ਤੇਰੇ ਦੇਸ਼ ਦਾ ਕੂਕਰ ਹਾਂ, ਮੈਂ ਇਸ ਦੇਸ਼ ਦੇ ਕੂਕਰਾਂ ਦੇ ਵਿੱਚ ਆ ਗਿਆ ਹਾਂ। ਤੇ ਮੈਂ ਹੁਣ ਜੇ ਉਹ ਕੁੱਤਾ ਕਿਸੇ ਦੂਸਰਿਆਂ ਕੁੱਤਿਆਂ ਦੇ ਵਿੱਚ ਚਲੇ ਜਾਵੇ ਤੇ ਉਹ ਫਿਰ ਜਦੋਂ ਪੈਂਦੇ ਹਨ ਉਹਨੂੰ ਖਾਣ ਨੂੰ ਤੇ ਉਹ ਚੌਂ ਚੌਂ ਕਰਦਾ ਹੈ। ਉਹ ਕਿਉਂ ਕਰਦਾ ਹੈ? ਕਿ ਮੇਰਾ ਮਾਲਕ ਸੁਣੇ, ਮੇਰੀ ਬੌੜੀ ਕਰੇ, ਉਹ ਮੈਨੂੰ ਬਚਾਵੇ। ਇਹਨਾਂ ਨੂੰ ਵੀ ਪਤਾ ਲੱਗੇ ਕਿ ਮੇਰਾ ਕੋਈ ਹੈ,
ਐ ਪਿਤਾ, ਜੇ ਮੈਂ ਤੇਰਾ ਨਾਮ ਜਪਦਾ ਹਾਂ, ਜੇ ਮੈਂ ਤੇਰੀ ਬਾਣੀ ਪੜ੍ਹਦਾ ਹਾਂ, ਉਹ ਤੇਰੇ ਲਈ ਨਹੀਂ ਪੜ੍ਹਦਾ, ਉਹ ਆਪਣੇ ਲਈ ਪੜ੍ਹਦਾ ਹਾਂ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਮੇਰਾ ਕੋਈ ਮਾਲਕ ਹੈ ਅਤੇ ਇਹ ਮੈਨੂੰ ਜੋ ਕਾਮ, ਕ੍ਰੋਧ, ਲੋਭ, ਮੋਹ ਕੁੱਤੇ ਹਨ, ਇਹ ਮੈਨੂੰ ਨਾ ਖਾਣ, ਮੈਂ ਬਚ ਜਾਵਾਂ। ਮੈਂ ਤੇਰੇ ਹੋਣ ਦਾ ਦਾਅਵਾ ਕਰਨ ਦੇ ਲਈ ਹੀ ਗੁਰਬਾਣੀ ਪੜ੍ਹਦਾ ਹਾਂ। ਉਹ ਕੁੱਕਰ ਇਸੇ ਲਈ ਭੌਂਕਦਾ ਹੈ ਕਿ ਮੈਨੂੰ ਕੋਈ ਬਚਾ ਲਵੇ, ਮੇਰੇ ਮਾਲਕ ਨੂੰ ਪਤਾ ਲੱਗ ਜਾਵੇ। ਕੀਤਿਆਂ ਦੁਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਕਿ ਜੋ ਦੁੱਖ ਭੁੱਖ ਦੀ ਮਾਰ ਹੈ ਉਹ ਵੀ ਉਸ ਪਿਤਾ ਦੀ ਦੇਣ ਹੈ। ਇਹਦੇ ਵਿੱਚ ਵੀ ਜੋ ਹੈ, ਜਦੋਂ ਉਹ ਦੁੱਖ ਦਿੰਦਾ ਹੈ, ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਸ ਦੁੱਖ ਦੇ ਵਿੱਚ ਵੀ ਇਹ ਵੀ ਉਹਦੀ ਰਹਿਮਤ ਹੈ। ਜਿਸ ਤਰ੍ਹਾਂ ਇੱਕ ਬੰਬ ਨੂੰ ਹੀ ਅਸੀਂ ਲੈ ਲਈਏ, ਜੇ ਉਸ ਦੀ ਸ਼ਕਤੀ ਨੂੰ ਪ੍ਰਗਟ ਕਰਨਾ ਹੋਵੇ ਤੇ ਉਹਨੂੰ ਚਲਾਉਣਾ ਪੈਂਦਾ ਹੈ। ਜਦੋਂ ਬੰਬ ਨੂੰ ਚਲਾਉਂਦੇ ਹਾਂ, ਉਸ ਦੀ ਅੰਦਰ ਦੀ ਸ਼ਕਤੀ ਫਟਦੀ ਹੈ। ਜੋ ਇਨਸਾਨ ਹੈ, ਉਸ ਨੂੰ ਦੁੱਖ ਦੇ ਕੇ ਉਸ ਦੇ ਅੰਦਰ ਦਾ ਧਮਾਕਾ ਪਰਮਾਤਮਾ ਕਰਦਾ ਹੈ, ਤਾਂ ਕਿ ਉਹਦਾ ਜੋ ਅਸਲੀ ਸ਼ਕਤੀ ਹੈ ਉਸ ਦੀ ਬਾਹਰ ਆ ਸਕੇ, ਉਹ ਉਸ ਪਰਮਾਤਮਾ ਨੂੰ ਯਾਦ ਕਰ ਸਕੇ। ਭਗਤ ਕਬੀਰ ਦਾ ਬੀਚਕ ਨਾਮਕ ਗ੍ਰੰਥ ਦੇ ਵਿੱਚ ਵੀ ਕਹਿਣਾ ਹੈ, ਬਲਹਾਰੀ ਉਸ ਦੁੱਖ ਕੋ ਜੋ ਪਲ ਪਲ ਨਾਮ ਜਪਾਏ। ਕਿ ਉਸ ਦੁੱਖ ਤੋਂ ਮੈਂ ਬਲਹਾਰੀ ਜਾਂਦਾ ਹਾਂ, ਜੋ ਜਿਹਦੇ ਨਾਲ ਮੈਨੂੰ ਉਸ ਪਰਮਾਤਮਾ ਦਾ ਪਲ ਪਲ ਨਾਮ ਆਉਂਦਾ ਹੈ। ਪਰ ਬਹੁਤ ਸਾਰੇ ਹਨ ਜੋ ਨਾ ਸ਼ੁਕਰੇ ਹਨ, ਉਹਨਾਂ ਨੂੰ ਦੁੱਖ ਭੁੱਖ ਦੀ ਮਾਰ ਵੱਜੀ ਹੀ ਰਹਿੰਦੀ ਹੈ। ਔਰ ਬਹੁਤ ਸਾਰੇ ਹਨ ਜੋ ਦੁੱਖ ਨੂੰ ਵੀ ਇਹੀ ਕਹਿੰਦੇ ਹਨ, ਐ ਪਿਤਾ, ਇਹ ਤੇਰਾ ਭਾਣਾ ਹੈ, ਐ ਪਿਤਾ, ਇਹ ਤੇਰੀ ਰਹਿਮਤ ਹੈ, ਇਹ ਤੇਰੀ ਦਿਆਲਤਾ ਹੈ ਸਾਡੇ ਦੇ ਉੱਤੇ। ਜੇ ਤੂੰ ਦੁੱਖ ਦਿੱਤਾ ਹੈ ਤੇ ਇਹਦਾ ਕੋਈ ਕਾਰਨ ਹੋਵੇਗਾ, ਇਹਦੇ ਵਿੱਚ ਸਾਡਾ ਕੋਈ ਸੁੱਖ ਦੇਣਾ ਹੋਵੇਗਾ। ਸਹਿ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆਂ। ਉਹ ਨੰਗਾ ਇਨਸਾਨ ਵੀ ਕਹੀ ਜਾਏਗਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਉਹ ਭੁੱਖਾ ਇਨਸਾਨ ਵੀ ਕਹੀ ਜਾਏਗਾ, ਨਹੀਂ ਪਰਮਾਤਮਾ, ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈ, ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ। ਔਰ ਦੂਸਰੇ ਇਨਸਾਨ ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੂਰੀਆਂ ਪਾਰ। ਉਹਨਾਂ ਦੀ ਭੁੱਖ ਕਦੇ ਵੀ ਨਹੀਂ ਉਤਰਦੀ। ਇਹਨਾਂ ਹੀ ਸ਼ਬਦਾਂ ਦੇ ਨਾਲ ਕਥਾ ਦੀ ਸਮਾਪਤੀ ਹੈ। ਇਸ ਤੋਂ ਅੱਗੇ ਅਗਲੇ ਹਫ਼ਤੇ ਪ੍ਰਾਰੰਭ ਕਰਾਂਗੇ। ਅਗਾਧ ਬੋਧ ਬਾਣੀ ਹੈ, ਬਾਣੀ ਦੇ ਸ਼ਬਦਾਂ ਦਾ ਕਿਤੇ ਹੇਰ ਫੇਰ ਹੋ ਗਿਆ ਹੋਵੇ, ਕੋਈ ਐਸੀ ਗੱਲ ਜਿਸ ਵਿੱਚ ਮੇਰੀ ਮੂਰਖਤਾ ਸ਼ਾਮਲ ਹੋਵੇ, ਉਸ ਨੂੰ ਬਖਸ਼ ਕੇ, ਮੇਰੇ ਗੁਨਾਹਾਂ ਨੂੰ ਬਖਸ਼ ਕੇ, ਮੇਰੀਆਂ ਭੁੱਲਾਂ ਨੂੰ ਮੇਰੀ ਝੋਲੀ 'ਚ ਪਾ ਕੇ ਉਸ ਪਿਤਾ ਦੇ ਸ਼ਬਦ ਨੂੰ ਨਾਲ ਲੈ ਕੇ ਜਾਣਾ, ਹਿਰਦੇ 'ਚ ਵਸਾ ਕੇ ਜਾਣਾ, ਤਾਂ ਕਿ ਅਸੀਂ ਉਸ ਪਰਮਾਤਮਾ ਦੀ ਨਗਰੀ ਨੂੰ ਜਾ ਸਕੀਏ, ਉਸ ਨਗਰੀ ਨੂੰ ਫੜ ਸਕੀਏ ਜਿਹੜੀ ਉਸ ਦੇ ਦੇਸ਼ ਵੱਲ ਜਾਂਦੀ ਹੈ। ਆਪਸੀ ਪ੍ਰੇਮ, ਹਰ ਇੱਕ ਨੂੰ ਦੇਖ ਕੇ ਮਨ ਨੂੰ ਖੁਸ਼ ਕਰਨਾ, ਇਹ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ ਗੁਰੂ ਦੇ ਲਈ। ਕਿਸੇ ਨੂੰ ਦੇਖ ਕੇ ਮਨ ਉਦਾਸ ਨਾ ਕਰੋ, ਕਿਸੇ ਨੂੰ ਦੇਖ ਕੇ ਮਨ ਦੇ ਵਿੱਚ ਕੋਈ ਤਲਖੀ ਨਾ ਲੈ ਕੇ ਆਓ, ਕਿਸੇ ਨੂੰ ਦੇਖ ਕੇ ਇਹ ਨਾ ਕਹੋ ਕਿ ਮੈਨੂੰ ਇਹ ਪਸੰਦ ਨਹੀਂ ਹੈ, ਕਿਉਂਕਿ ਹਰ ਚੀਜ਼ ਜੋ ਹੈ, ਹਰ ਇਨਸਾਨ ਜੋ ਹੈ, ਹਰ ਜੀਵ ਜੋ ਹੈ, ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ। ਔਰ ਅਸੀਂ ਜੇ ਪਰਮਾਤਮਾ ਦੀ ਬਣਤਰ ਨੂੰ ਗਲਤ ਕਵਾਂਗੇ ਤੇ ਅਸੀਂ ਸਹੀ ਨਹੀਂ ਹੋ ਸਕਦੇ। ਜਦੋਂ ਅਸੀਂ ਚਿੱਤਰ ਨੂੰ ਕਹਿੰਦੇ ਹਾਂ ਇਹ ਚਿੱਤਰ ਚੰਗਾ ਨਹੀਂ ਹੈ, ਅਸੀਂ ਚਿੱਤਰ ਦੀ ਬਦਨਾਮੀ ਨਹੀਂ ਕਰਦੇ, ਉਸ ਚਿੱਤਰਕਾਰ ਦੀ ਬਦਨਾਮੀ ਕਰਦੇ ਹਾਂ ਜਿਸ ਨੇ ਉਹ ਚਿੱਤਰ ਬਣਾਇਆ ਹੈ। ਅਗਰ ਅਸੀਂ ਕਿਸੇ ਇਨਸਾਨ ਨੂੰ, ਕਿਸੇ ਜੀਵ ਨੂੰ ਮਾੜਾ ਕਹਿੰਦੇ ਹਾਂ ਜਾਂ ਉਸ ਨੂੰ ਦੁਰਭਾਸ਼ਾ ਵਰਤਦੇ ਹਾਂ, ਤੇ ਅਸੀਂ ਉਸ ਪਰਮਾਤਮਾ ਦੇ ਲਈ ਉਹ ਸ਼ਬਦ ਕਹਿੰਦੇ ਹਾਂ, ਕਿਉਂਕਿ ਹਰ ਇੱਕ ਦੇ ਵਿੱਚ ਉਹ ਹੈ, ਹਰ ਇੱਕ ਉਹਦੀ ਜੋਤ ਹੈ। ਕਰਮ ਸਾਡੇ ਅਲੱਗ-ਅਲੱਗ ਹਨ। ਕਿਸੇ ਦੇ ਇੱਕ ਮਾੜੇ ਕਰਮ ਨੂੰ ਦੇਖ ਕੇ ਉਸ ਦੇ ਹਜ਼ਾਰਾਂ ਗੁਣਾਂ ਦੀ ਕਦੇ ਨਿਰਾਦਰੀ ਨਾ ਕਰੋ, ਕਿਉਂਕਿ ਉਹ ਪਰਮ ਪਿਤਾ ਨਹੀਂ ਚਾਹੁੰਦਾ। ਉਹ ਚਾਹੁੰਦਾ ਹੈ ਕਿ ਸਾਡੇ ਵਿੱਚ ਪ੍ਰੇਮ ਹੋਵੇ, ਪਿਆਰ ਹੋਵੇ, ਕਿਉਂਕਿ ਪਰਮਾਤਮਾ ਦੀ ਭਾਸ਼ਾ ਜੋ ਹੈ ਉਹ ਪਿਆਰ ਦੀ ਹੈ। ਉਸ ਪਿਆਰ ਨੂੰ ਬਰਕਰਾਰ ਰੱਖਣ ਦੇ ਲਈ ਆਪਸੀ ਸਾਂਝਾਂ ਪਾਓ। ਇਹ ਸਾਹਾਂ ਦਾ ਕੋਈ ਭਰੋਸਾ ਨਹੀਂ ਹੈ। ਇਹ ਤੇ ਇੱਕ ਚਲਦੀ ਹੋਈ ਗੱਡੀ ਹੈ, ਜਿੱਥੇ ਕਿਸੇ ਦਾ ਕੋਈ ਸਟੇਸ਼ਨ ਆ ਗਿਆ ਉੱਥੇ ਉਸਨੇ ਉਤਰ ਜਾਣਾ ਹੈ। ਤੇ ਸਾਡੇ ਮਨ ਦੇ ਵਿੱਚ ਕਿਤੇ ਇਹ ਨਾ ਰਹਿ ਜਾਵੇ ਕਿ ਉਹ ਇਨਸਾਨ ਸਾਡੇ ਆਸ-ਪਾਸ ਸੀ, ਅਸੀਂ ਉਸਨੂੰ ਪਿਆਰ ਨਹੀਂ ਦੇ ਸਕੇ, ਅਸੀਂ ਉਸਦੇ ਨਾਲ ਮਿਲ ਕੇ ਨਹੀਂ ਰਹਿ ਸਕੇ। ਗਏ ਤੋਂ ਬਾਅਦ ਸਾਡਾ ਕਿਸੇ ਦਾ ਕੀ ਕਹਿਣਾ ਕਿ ਉਹ ਚੰਗਾ ਇਨਸਾਨ ਸੀ ਜਾਂ ਮਾੜਾ ਸੀ। ਜੋ ਵੀ ਸਾਡੇ ਜੀਵਨ ਦੇ ਵਿੱਚ ਲੋਕ ਆਉਂਦੇ ਹਨ, ਸਾਡਾ ਆਲਾ ਦੁਆਲਾ ਹੈ, ਸਾਡਾ ਪਰਿਵਾਰ ਹੈ, ਕੋਈ ਭੈਣ ਭਾਈ ਸਾਨੂੰ ਮਿਲਦਾ ਹੈ, ਉਸ ਦੇ ਨਾਲ ਪ੍ਰੇਮ ਕਰੋ, ਤਾਂ ਕਿ ਤੁਹਾਨੂੰ ਕਦੇ ਜੀਵਨ ਦੇ ਵਿੱਚ ਪਛਤਾਵਾ ਨਾ ਹੋਵੇ ਕਿ ਤੁਹਾਡਾ ਕੋਈ ਪਲ ਕਿਸੇ ਦੇ ਨਫ਼ਰਤ ਕਰਨ ਦੇ ਵਿੱਚ ਬੀਤ ਗਿਆ, ਜੋ ਪਰਮਾਤਮਾ ਨੇ ਸਾਨੂੰ ਪ੍ਰਸ਼ੰਸਾ ਲਈ ਦਿੱਤਾ ਸੀ, ਜੋ ਪਰਮਾਤਮਾ ਨੇ ਸਾਨੂੰ ਪਿਆਰ ਦੇ ਲਈ ਦਿੱਤਾ ਸੀ। ਉਸ ਪਿਆਰ ਦੀ ਧਾਰਾ ਦੇ ਨਾਲ ਹੀ ਅਸੀਂ ਉਸ ਪਰਮਾਤਮਾ ਨੂੰ ਮਿਲ ਸਕਾਂਗੇ। ਪਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਆਧਾਰ ਹੈ, ਉਸ ਦੀ ਬਣਾਈ ਸ੍ਰਿਸ਼ਟੀ ਨੂੰ ਪ੍ਰੇਮ ਕਰੋ।
ਜੇ ਸਾਡੇ ਕੋਲ ਉਸ ਪਿਤਾ ਨੂੰ ਦੇਖਣ ਦੀ ਅੱਖ ਨਹੀਂ ਹੈ, ਪਰ ਉਸ ਪਿਤਾ ਨੇ ਉਹ ਅੱਖ ਦਿੱਤੀ ਹੈ ਜਿਸ ਨਾਲ ਉਸ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ, ਜਿਸ ਵਿੱਚ ਅਸੀਂ ਕੁਦਰਤ ਨੂੰ ਦੇਖ ਸਕਦੇ ਹਾਂ। ਉਸ ਕੁਦਰਤ ਨੂੰ ਦੇਖ ਕੇ, ਉਸਦੇ ਬਣਾਏ ਹੋਏ ਇਨਸਾਨਾਂ ਨੂੰ, ਜੀਵ ਜੰਤਾਂ ਨੂੰ ਦੇਖ ਕੇ ਉਸ ਪਰਮਾਤਮਾ ਦੀ ਝਲਕ ਨੂੰ ਅਸੀਂ ਆਪਣੇ ਮਨ ਦੇ ਵਿੱਚ ਲਿਆ ਸਕਦੇ ਹਾਂ ਕਿ ਉਹ ਪਰਮਾਤਮਾ ਕਿਸ ਤਰ੍ਹਾਂ ਦਾ ਹੋਵੇਗਾ, ਜਿਸ ਨੇ ਇੰਨੀ ਸੁੰਦਰਤਾ ਨੂੰ ਜਨਮ ਦਿੱਤਾ ਹੈ। ਉਹਨਾਂ ਨੂੰ ਪਿਆਰ ਕਰੋ ਜੋ ਆਲੇ ਦੁਆਲੇ ਹਨ। ਆਪਣੇ ਮਨ ਦੇ ਵਿੱਚ ਸਹਿਜ ਤਾਂ ਹੀ ਆ ਸਕਦਾ ਹੈ ਜੇ ਅਸੀਂ ਇੱਕ ਪ੍ਰੇਮ ਦੀ ਦੁਨੀਆ ਵਸਾਈਏ। ਗੁਰਸਿੱਖ ਦੀ ਨਗਰੀ ਤੇ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਕੋਈ ਰੋਂਦਾ ਵੀ ਆਵੇ ਤੇ ਉਹਦੇ ਵਿੱਚੋਂ ਲੰਘੇ ਤੇ ਹੱਸ ਕੇ ਲੰਘੇ। ਇਹੀ ਪ੍ਰੇਮ ਅਸੀਂ ਪੈਦਾ ਕਰਨਾ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਕੋਈ ਸ਼ਬਦ ਕਿਸੇ ਹਿਰਦੇ ਨੂੰ ਪ੍ਰਵਾਨ ਨਾ ਹੋਇਆ ਹੋਵੇ ਤਾਂ ਖਿਮਾ ਦਾ ਜਾਚਕ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਣੀ, ਅਰਦਾਸ ਕਰਨੀ ਕਿ ਉਹ ਪਿਤਾ ਇਸ ਨਿਕਾਰੇ ਨੂੰ ਕਾਰ ਬਖਸ਼ੇ, ਇਸ ਨਿਗੁਣੇ ਨੂੰ ਗੁਣ ਬਖਸ਼ੇ, ਆਪ ਨਾਲ ਪਰਮਾਤਮਾ ਦੇ ਨਾਮ ਦੀਆਂ ਸਾਂਝਾਂ ਪਾਉਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।